ਸੋ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਿਊਜ਼ 18 ਲਗਾਤਾਰ ਕੋਰੋਨਾ ਨੂੰ ਲੈ ਕੇ ਪਲ ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ। ਜੇਕਰ ਪੰਜਾਬ ਦੇ ਹੁਣ ਤੱਕ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਕੜਾ 299 ਤੱਕ ਪਹੁੰਚ ਚੁੱਕਾ ਹੈ। ਮੁੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ, ਪਟਿਆਲਾ ਤੇ ਮੋਹਾਲੀ ਦੇ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਨੇ। ਓਵਰਆਲ ਫਿਲਹਾਲ ਕੀ ਸਥਿਤੀ ਹੈ ਜਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ, ਇਹ ਅੰਕੜੇ ਜ਼ਿਆਦਾ ਵੱਧਦੇ ਹੋਏ ਵਿਖਾਈ ਦੇ ਰਹੇ ਨੇ। ਪੂਰੀ ਜਾਣਕਾਰੀ ਦੇ ਲਈ ਚੰਡੀਗੜ੍ਹ ਤੋਂ ਸਾਡੇ ਬਿਊਰੋ ਚੀਫ ਨੁਪਿੰਦਰ ਸਿੰਘ ਬਰਾੜ ਜੁੜ ਚੁੱਕੇ ਨੇ। ਜੀ ਨੁਪਿੰਦਰ, ਜੇਕਰ ਪੂਰੇ ਸੂਬੇ ਦੀ ਗੱਲ ਕੀਤੀ ਜਾਵੇ, ਹਾਲਾਂਕਿ ਕੇਂਦਰ ਸਰਕਾਰ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਨੇ ਕਿ ਜਿਹੜੀਆਂ ਰਜਿਸਟਰਡ ਦੁਕਾਨਾਂ ਨੇ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਜਿਹੜੇ ਹੌਟਸਪੌਟ ਇਲਾਕੇ ਨੇ, ਜਲੰਧਰ ਦੀ ਗੱਲ ਕੀਤੀ ਜਾਵੇ, ਪਟਿਆਲਾ, ਮੋਹਾਲੀ, ਉੱਥੇ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ। ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਕਿਹੋ ਜਿਹੇ ਹਾਲਾਤ ਨੇ ਫਿਲਹਾਲ ਪੂਰੇ ਸੂਬੇ ਦੇ ਵਿੱਚ? परमिंदर देखो, हालत कोई बहुत ही ज़्यादा हाले आप ये नहीं कह सकते कि किसी पास असी क्लीयर है, क्योंकि हाले तक खतरा लगातार मंडरा रहा है। ऐसे इलाके जिस तरह असी गल कर रहे थे पठानकोट की, पठानकोट देखो पिछले लगातार किन्ने दिन कोई केस नहीं आया, पर अचानक एक निजी हस्पताल की डॉक्टर पॉजिटिव आ जाती है। तो मानसा की तुसीं गल कर लो, मानसा के जिहड़े जमाती नैगेटिव पाए गए सी, उत्थे देखो पहले 11 केस सीगे, उन्हां दे विचों 5 जमाती सी और 6 उन्हां दे संपर्क च आए हुए लोग सीगे। तो ਜਿਹੜੇ 5 ਜਮਾਤੀਆਂ ਦੇ ਸਾਥੀ ਜਮਾਤੀ ਸੀ, ਕਿਉਂਕਿ ਜ਼ਿਆਦਾ ਜਮਾਤੀ ਉੱਥੇ ਆਏ ਸੀ, ਉਹਨਾਂ ਸਾਰਿਆਂ ਦੀ ਪਹਿਲਾਂ ਰਿਪੋਰਟ ਹੋਈ ਸੀ, ਟੈਸਟਿੰਗ ਹੋਈ ਸੀ ਔਰ ਨੈਗੇਟਿਵ ਆ ਚੁੱਕੀ ਸੀ। ਜਦੋਂ ਦੁਬਾਰਾ ਉਹਨਾਂ ਦਾ ਟੈਸਟ ਲਿਆ ਗਿਆ 2 ਦਾ, ਤਾਂ ਉਹ ਫਿਰ ਪੋਜ਼ਿਟਿਵ ਆਏ। ਇਸ ਕਰਕੇ ਤੁਸੀਂ ਇਸ ਨੂੰ ਹਲਕੇ ਦੇ ਵਿੱਚ ਅਸੀਂ ਨਹੀਂ ਲੈ ਸਕਦੇ। ਔਰ ਮੋਹਾਲੀ ਦੇ ਵਿੱਚ ਬੇਸ਼ੱਕ ਕੰਡੀਸ਼ਨ ਠੀਕ ਹੈ, ਸਟੇਬਲ ਹੈ, ਪਰ ਮਾਮਲੇ ਬਹੁਤ ਜ਼ਿਆਦਾ ਨੇ। ਪਟਿਆਲਾ, ਰਾਜਪੁਰਾ, ਉੱਥੇ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ। ਜਲੰਧਰ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਨੇ। ਜਲੰਧਰ ਦੇ ਵਿੱਚ ਮੋਹਾਲੀ ਦੇ ਬਰਾਬਰ ਜਿਹੜੇ ਮਾਮਲੇ ਆ ਗਏ ਨੇ। ਹੋਰ ਸ਼ਹਿਰਾਂ ਦੇ ਵਿੱਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਹਾਲਾਂਕਿ ਕੁਝ ਠੀਕ ਵੀ ਹੋ ਰਹੇ ਨੇ। ਸਾਡਾ ਜਿਹੜਾ ਪਹਿਲਾ हॉटस्पॉट सीगा नवां शहर और हुशियारपुर ठीक है, और मोगा बिल्कुल ठीक हो चुका है, बठिंडा बिल्कुल सेफ है। तो ऐसा नहीं कहा जा सकता कि जे कुछ जिले दे विच असीं ठीक जा रहे हैं तो असी सारे पासों ठीक है, क्योंकि अगर किते हल्की जिन्नी भी कताई होगी, अगर किते हल्की जिन्नी भी असी रिस्क चुक लिया, सज्जो खब्बे खब्बे सज्जे कोई आउंदा जांदा है, वो फिर तो जिहड़ी है शुरुआत हो जाती है, तो उहदा खमियाजा सानूं भुगतना पै सकदा है। और जिहड़ी गल आपां केंद्र दे आर्डर दी करदे हां, देखो केंद्र सरकार ने अपना बिल्कुल आर्डर जारी किया, और केंद्र सरकार ने हालांकि जो स्टेट दे विच चीज़ां इंप्लीमेंट होणीआं ने, उहदे लई स्टेट ही आर्डर करेगी नाल, ਉਹਦੇ ਪੈਰਲਲ ਇੱਕ ਸਟੇਟ ਆਪਣੇ ਲੈਵਲ ਤੇ ਦੇਖੇਗੀ ਕਿ ਹਾਂ ਕਿੱਥੇ ਕਿੱਥੇ, ਕਿਉਂਕਿ ਦੇਖੋ ਕੇਂਦਰ ਦੇ ਵੱਲੋਂ ਲੋਕਡਾਊਨ ਹੈ, ਪਰ ਪੰਜਾਬ 'ਚ ਕਰਫਿਊ ਆ। ਪੰਜਾਬ ਦੇ ਵਿੱਚ ਐਡਵਾਂਸ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ। ਬੇਸ਼ੱਕ ਕੇਂਦਰ ਨਾ ਵੀ ਲੋਕਡਾਊਨ ਵਧਾਉਂਦੀ, ਪਰ ਪੰਜਾਬ ਵਧਾ ਚੁੱਕਾ ਸੀ ਕਰਫਿਊ। ਇਸ ਕਰਕੇ ਪੰਜਾਬ ਆਪਣੇ ਲੈਵਲ ਤੇ ਵੀ ਡਿਸੀਜਨ ਲਏਗਾ। ਅੱਜ ਮੀਟਿੰਗ ਹੈ, ਅੱਜ ਜਿਹੜੀ ਰਿਵਿਊ ਕਮੇਟੀ ਹੈ, ਜਿਹੜੀ 20 ਮੈਂਬਰੀ ਕਮੇਟੀ ਬਣਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਮੁੱਖ ਮੰਤਰੀ ਪੰਜਾਬ ਦੇ ਵੱਲੋਂ, ਕਿ ਉਹ ਰਿਵਿਊ ਦੇਣਗੇ, ਉਹ ਹਾਲਾਤਾਂ ਦਾ ਜਾਇਜ਼ਾ ਲੈ ਕੇ ਬਿਲਕੁਲ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇਗਾ। ਨੁਪਿੰਦਰ ਸਿੰਘ ਬਰਾੜ, तमाम ਜਾਣਕਾਰੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਲਗਾਤਾਰ ਨਿਊਜ਼ 18 ਪੰਜਾਬ ਇਹ ਅਪੀਲ ਕਰ ਰਿਹਾ ਹੈ ਕਿ ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ। ਜਿਹੜੇ ਵੀ ਆਦੇਸ਼ ਸਰਕਾਰ ਦੇ ਨੇ, ਜਿਹੜੇ ਵੀ ਹੁਕਮ ਨੇ, ਉਹ ਲੋਕਾਂ ਦੀ ਭਲਾਈ ਵਾਸਤੇ ਨੇ, ਉਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਤਾਂ ਹੀ ਜਲਦ ਅਸੀਂ ਇਸ ਮਹਾਮਾਰੀ ਦੇ ਖਿਲਾਫ ਜੰਗ ਜਿੱਤ ਸਕਦੇ ਹਾਂ। ਮੁੜ ਤੋਂ ਗੱਲ ਕਿਸਾਨਾਂ ਦੀ ਕਰ ਲੈਂਦੇ ਹਾਂ। ਸੂਬੇ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ ਤੇ ਇਸ ਦੇ ਵਿਚਾਲੇ ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੂੰ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ। ਅਨਾਜ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਕਣਕ ਲੈ ਕੇ ਆਉਣ ਦਾ ਸਿਲਸਿਲਾ ਹਜੇ ਵੀ ਜਾਰੀ ਹੈ। ਤੁਸੀਂ ਵੇਖ ਸਕਦੇ ਹੋ ਤਸਵੀਰਾਂ, ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਖੜੇ ਹਾਂ ਅਸੀਂ। ਅਨਾਜ ਮੰਡੀ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਜਗ੍ਹਾ ਜਿਹੜੀ ਖਾਲੀ ਨਜ਼ਰ ਨਹੀਂ ਆ ਰਹੀ। ਔਰ ਦੂਸਰੇ ਪਾਸੇ ਸਰਕਾਰ ਨੇ ਇਹੀ ਹਦਾਇਤਾਂ ਦਿੱਤੀਆਂ ਸੀ ਕਿ ਮੰਡੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਸੋਸ਼ਲ ਡਿਸਟੈਂਸ ਰੱਖਣਗੇ ਤੇ ਨਾਲ ਹੀ ਮਾਸਕ ਹੈ ਜਿਹੜਾ ਮੂੰਹ ਤੇ ਲਾਉਣਾ ਜ਼ਰੂਰੀ ਹੋਏਗਾ। ਪਰ ਜ਼ਿਆਦਾਤਰ ਜਿਹੜੇ ਲੇਬਰ ਦੇ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਦੇ ਮੂੰਹਾਂ ਦੇ ਉੱਪਰ ਮਾਸਕ ਹੈ ਤੁਹਾਨੂੰ ਖਾਸ ਤੌਰ ਤੇ ਨਜ਼ਰ ਨਹੀਂ ਆ ਰਹੇ। ਹਾਲਾਂਕਿ ਮਾਸਕ ਕਈ ਲੋਕਾਂ ਦੇ ਲੱਗੇ ਵੀ ਨਹੀਂ, ਪਰ ਸਭ ਤੋਂ ਵੱਡੀ ਮੁਸ਼ਕਲ ਮੰਡੀ ਦੇ ਵਿੱਚ ਇਹੀ ਆ ਰਹੀ ਹੈ ਕਿ ਮੰਡੀ ਦੇ ਵਿੱਚ ਕਿਤੇ ਵੀ ਜਗ੍ਹਾ ਖਾਲੀ ਨਹੀਂ ਹੈ। ਪੂਰੇ ਦੇ ਪੂਰੀਆਂ ਬੋਰੀਆਂ ਨੇ ਜਿਹੜੀਆਂ ਕਣਕ ਦੀਆਂ ਭਰ ਕੇ ਸਟਿਚਿੰਗ ਕਰਕੇ ਤਿਆਰ ਨੇ, ਪਰ ਕਿਤੇ ਨਾ ਕਿਤੇ ਜਾ ਕੇ ਲਿਫਟਿੰਗ ਹੈ, ਜਿਹੜੀ ਲਿਫਟਿੰਗ ਦੀ ਦੇਰੀ ਹੋ ਰਹੀ ਹੈ, ਤਾਂ ਕਰਕੇ ਮੰਡੀ ਦੇ ਵਿੱਚ ਕਿਤੇ ਵੀ ਜਗ੍ਹਾ ਜਿਹੜੀ ਨਜ਼ਰ ਨਹੀਂ ਆ ਰਹੀ ਹੈ। ਇਸੇ ਇhtiyat ਦੇ ਤੌਰ ਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਫਿਲਹਾਲ ਪਾਸ ਦੇਣੇ ਬਠਿੰਡਾ ਦੀ ਇਸ ਅਨਾਜ ਮੰਡੀ ਵਾਸਤੇ ਬੰਦ ਕਰ ਦਿੱਤੇ ਨੇ, ਕਿਉਂਕਿ ਅਗਰ ਹੋਰ ਪਾਸ ਹੋਣਗੇ ਤਾਂ ਮੰਡੀ ਦੇ ਵਿੱਚ ਜਗ੍ਹਾ ਬਿਲਕੁਲ ਵੀ ਕਣਕ ਨੂੰ ਢੇਰੀ ਕਰਨ ਵਾਸਤੇ ਨਹੀਂ ਹੈ। ਤਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਦੇਰ ਲਿਫਟਿੰਗ ਫਿਲਹਾਲ ਮੰਡੀ ਦੇ ਵਿੱਚੋਂ ਨਹੀਂ ਹੁੰਦੀ, ਮੰਡੀ ਖਾਲੀ ਨਹੀਂ ਹੁੰਦੀ, ਤਾਂ ਉਹਨੇ ਦਿਨਾਂ ਦੇ ਵਿੱਚ ਕਿਸਾਨਾਂ ਵਾਸਤੇ ਪਾਸ ਹੈ ਪ੍ਰਸ਼ਾਸਨ ਨੇ ਦੇਣੇ ਬੰਦ ਕਰ ਦਿੱਤੇ ਨੇ। ਤਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਲਿਫਟਿੰਗ ਨਹੀਂ ਹੁੰਦੀ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਨੇ। ਕੈਮਰਾਮੈਨ ਰਾਜੇਸ਼ ਦੇ ਨਾਲ ਸੂਰਜਪਾਨ, ਨਿਊਜ਼ 18 ਪੰਜਾਬ, ਬਠਿੰਡਾ। ਸੋ ਅਗਲੀ ਵੱਡੀ ਖਬਰ ਹਰਿਆਣਾ ਦੇ ਨਾਲ ਜੁੜੀ ਹੋਈ ਹੈ। ਹਰਿਆਣਾ ਦੇ ਵਿੱਚ ਸ਼ਰਾਬ ਦੇ ਠੇਕੇ ਮੁੜ ਖੁੱਲ ਸਕਦੇ ਨੇ। ਕੇਂਦਰ ਦੇ ਨਵੇਂ ਫੈਸਲੇ ਤੋਂ ਬਾਅਦ ਆਬਕਾਰੀ ਵਿਭਾਗ ਤਿਆਰੀ ਦੇ ਵਿੱਚ ਨਜ਼ਰ ਆ ਰਿਹਾ ਹੈ।
ਕੇਂਦਰ ਨੇ ਅੱਜ ਤੋਂ ਸ਼ਰਤਾਂ ਦੇ ਨਾਲ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਤੇ ਫਿਲਹਾਲ ਕੇਂਦਰੀ ਕੈਬਨਿਟ ਸਕੱਤਰ ਦੀ ਮੀਟਿੰਗ ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ। ਹਰਿਆਣਾ ਵੱਲੋਂ ਆਨੰਦ ਅਰੋੜਾ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਮੀਟਿੰਗ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਮਨੋਜ ਕੁਮਾਰ ਜੁੜ ਚੁੱਕੇ ਨੇ। ਜੀ ਮਨੋਜ, ਜੇਕਰ ਗੱਲ ਕੀਤੀ ਜਾਵੇ ਸ਼ਰਾਬ ਦੇ ਠੇਕਿਆਂ ਦੀ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਮੰਗ ਰੱਖੀ ਗਈ ਸੀ ਪਹਿਲਾਂ ਹੀ ਠੁਕਰਾ ਦਿੱਤੀ ਗਈ ਹੈ, ਤੇ ਹਰਿਆਣਾ ਦੇ ਵਿੱਚ ਕੋਈ ਸੰਭਾਵਨਾ ਹੈਗੀ ਠੇਕੇ ਖੋਲਣ ਦੀ ਇਹਨਾਂ ਹੁਕਮਾਂ ਤੋਂ ਬਾਅਦ? पहले ही क्लियर किया था कि जब तक केंद्र सरकार कोई गाइडलाइन इसमें जारी नहीं करेगी, वो अपने स्तर पर या अपने लेवल पर प्रदेश में शराब की दुकानें नहीं खोलेंगे। लेकिन जिस तरीके से एक नया दिशा निर्देश जारी किया गया है केंद्र के द्वारा, जिसमें कहा गया है कि जो दुकानें हैं वो खोली जा सकती हैं सिर्फ शॉपिंग मॉल्स को छोड़कर, तो हालांकि स्पष्टता इसमें नहीं है, लेकिन अभी जो प्रथम दृष्टया लगता है उसे कि इसमें शायद जो शराब की दुकानें हैं वो भी इसमें शामिल की गई होंगी, लेकिन अभी क्लैरिटी नहीं है, इसलिए सरकार ने कोई फैसला नहीं लिया है। लेकिन अभी जो केंद्रीय कैबिनेट सचिव के साथ बैठक जारी है उसमें क्लैरिटी मिलने की संभावना है। उसमें जैसे ही चीजें क्लियर होंगी तो शराब की दुकानें भी खुल सकती हैं। जी ठीक है मनोज कुमार, तमाम जानकारी ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਲਹਾਲ ਸਾਫ਼ ਨਹੀਂ ਹੈ ਕਿਉਂਕਿ ਅੱਜ ਜਿਹੜੇ ਵੱਖ-ਵੱਖ ਸੂਬਿਆਂ ਦੇ ਸਕੱਤਰ ਨੇ ਉਹਨਾਂ ਦੇ ਨਾਲ ਗ੍ਰਹਿ ਮੰਤਰਾਲੇ ਵੱਲੋਂ ਬੈਠਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਠੇਕਿਆਂ ਨੂੰ ਲੈ ਕੇ, ਸ਼ਰਾਬ ਦੇ ਠੇਕਿਆਂ ਨੂੰ ਲੈ ਕੇ, ਕਿ ਸ਼ਰਾਬ ਦੇ ਠੇਕੇ ਇਹਨਾਂ ਹੁਕਮਾਂ ਦੇ ਵਿੱਚ ਆਉਂਦੇ ਨੇ ਜਾਂ ਨਹੀਂ, ਉਹ ਖੁੱਲ ਸਕਣਗੇ ਜਾਂ ਨਹੀਂ। ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ। ਅੱਜ ਉਸ ਖਬਰ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਸ ਦਾ ਜ਼ਿਕਰ ਸ਼ਾਇਦ ਪਹਿਲਾਂ ਤੁਸੀਂ ਕਦੇ ਸੁਣਿਆ ਹੀ ਨਹੀਂ ਹੋਵੇਗਾ। ਅਜਿਹਾ ਜ਼ਿਕਰ ਭਾਰਤ ਨੇ ਕਦੇ ਝੇਲਿਆ ਹੀ ਨਹੀਂ ਹੋਵੇਗਾ, ਕਦੇ ਉਸ ਦਾ ਸਾਹਮਣਾ ਕੀਤਾ ਹੀ ਨਹੀਂ ਹੋਵੇਗਾ। ਭਾਰਤ ਦੇ ਅੰਦਰ ਕਈ ਵਾਰ ਅਰਥ ਵਿਵਸਥਾ ਡਗਮਗਾਈ, ਕਈ ਵਾਰ ਰੋਜ਼ਗਾਰ ਪੈਦਾ ਨਹੀਂ ਹੋਏ, ਬੇਰੋਜ਼ਗਾਰੀ ਹੋਈ ਅਤੇ ਸਭ ਦੇ ਵਿੱਚ ਮੁਸ਼ਕਲਾਂ ਤਾਂ ਭਾਰਤ ਦੇ ਅੰਦਰ ਹੀ ਰਹੀਆਂ। ਪਰ ਜ਼ਰਾ ਕਲਪਨਾ ਕਰੋ, ਜਦੋਂ ਦੁਨੀਆ ਭਰ 'ਚ ਮੁਸ਼ਕਲਾਂ ਦੀ ਘੜੀਆਂ ਸਾਹਮਣੇ ਆ ਚੁੱਕੀਆਂ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਹਰ ਵਿਕਸਿਤ ਦੇਸ਼, ਹਰ ਵਿਕਾਸਸ਼ੀਲ ਦੇਸ਼ 'ਚ ਆਪਣੇ ਆਪਣੇ ਤਰੀਕੇ ਦਾ ਸੰਕਟ ਰੋਜ਼ਗਾਰ ਨੂੰ ਲੈ ਕੇ ਪੈਦਾ ਹੋ ਚੱਲਿਆ ਹੈ, ਤਾਂ ਅਜਿਹੇ 'ਚ ਕਰੋੜਾਂ ਲੋਕ ਜੋ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਕੰਮ ਕਰ ਰਹੇ ਨੇ, ਉਹ ਕਿੱਥੇ ਜਾਣਗੇ? ਤੇ ਖਬਰ ਇਹ ਵੀ ਹੈ ਕਿ ਉਹ ਹੁਣ ਬਾਕੀ ਦੇਸ਼ਾਂ ਨੂੰ ਛੱਡ ਕੇ ਭਾਰਤ ਵਾਪਸ ਪਰਤਣਾ ਚਾਹੁੰਦੇ ਨੇ। ਪਰ ਸਵਾਲ ਇਸ ਦੇ ਵਿੱਚ ਇੱਕ ਵੱਡਾ ਹੈ ਕਿ ਜਦੋਂ ਇਹ ਲੋਕ ਜਿੱਥੇ ਰਹਿ ਰਹੇ ਸਨ ਉਹਨਾਂ ਨੂੰ ਮੁਲਕ ਨੂੰ ਛੱਡ ਕੇ ਭਾਰਤ ਆਉਣਾ ਪਵੇਗਾ, ਤਾਂ ਭਾਰਤ ਦੇ ਵਿੱਚ ਇਹਨਾਂ ਦੇ ਲਈ ਵਿਵਸਥਾ ਕੀ ਹੈ? ਕਿਉਂਕਿ ਭਾਰਤ ਦੀ ਅਰਥ ਵਿਵਸਥਾ ਦੇ ਹੇਠਾਂ ਜਾਣ ਦੀ ਸੰਭਾਵਨਾ ਜਤਾਈਆਂ ਜਾ ਰਹੀਆਂ ਨੇ। ਸੀਜੀਐਸਆਈ ਨੇ 20 ਵਾਰ ਨੂੰ ਅਨੁਮਾਨ ਲਗਾਇਆ ਹੈ ਕਿ ਵਿੱਤੀ ਸਾਲ 2020 ਤੇ 2021 ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ -0.9% ਤੋਂ ਲੈ ਕੇ 1.5% ਦੇ ਵਿਚਕਾਰ ਹੋ ਸਕਦੀ ਹੈ। ਸੋ ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕਰੋੜਾਂ ਭਾਰਤੀ ਕਿੱਥੇ ਜਾਣ? ਅਜਿਹਾ ਕਿਹੜਾ ਪਲਾਨ ਹੈ, ਕਿਹੜੇ ਬਲੂਪ੍ਰਿੰਟਸ ਨੇ ਜਿਹਦੇ ਸਹਾਰੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਤੇ ਬਾਕੀ ਸੂਬੇ ਅਜਿਹਾ ਪ੍ਰਸਥਿਤੀਆਂ ਦਾ ਸਾਹਮਣਾ ਕਰ ਸਕਦੇ ਨੇ? ਜੇ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਮੁੱਖ ਮੰਤਰੀ ਰੈਵਨਿਊ ਨੂੰ ਲੈ ਕੇ ਕਈ ਉਪਰਾਲੇ ਕਰ ਚੁੱਕੇ ਨੇ ਤੇ ਕਈ ਵਾਰ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਜੀਐਸਟੀ ਦਾ ਬਕਾਇਆ ਦਿੱਤਾ ਜਾਵੇ। ਬਹਰਾਲ ਅੱਜ ਦਾ ਕਿੱਸਾ ਇਹ ਨਹੀਂ ਕਿ ਕਦੋਂ ਜੀਐਸਟੀ ਦਾ ਬਕਾਇਆ ਮਿਲੇਗਾ। ਅੱਜ ਦਾ ਮੁੱਦਾ ਵਿਦੇਸ਼ਾਂ ਤੋਂ ਵਾਪਸ ਪਰਤਣ ਵਾਲੇ ਭਾਰਤੀ ਨੇ। ਇਹਨਾਂ ਤਸਵੀਰਾਂ ਨੂੰ ਤਾਂ ਤੁਸੀਂ ਸਾਫ਼ ਤੌਰ ਤੇ ਪਹਿਲਾਂ ਵੇਖ ਹੀ ਚੁੱਕੇ ਹੋਵੋਗੇ। ਮਜ਼ਦੂਰ, ਭਾਰਤ ਦੇ ਮਜ਼ਦੂਰ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਨੇ। ਇਸ ਨੂੰ ਰਿਵਰਸ ਮਾਈਗ੍ਰੇਸ਼ਨ ਵੀ ਕਿਹਾ ਜਾਂਦਾ ਹੈ। ਸ਼ਹਿਰਾਂ 'ਚ ਤਾਂ ਹਰ ਤਰ੍ਹਾਂ ਦੇ ਕੰਮ ਹੁਣ ਬੰਦ ਹੋ ਚੁੱਕੇ ਨੇ, ਸੋ ਇਹੋ ਹਾਲ ਲਗਭਗ ਵਿਦੇਸ਼ਾਂ 'ਚ ਵੀ ਹੋਣ ਵਾਲਾ ਹੈ। ਇਹ ਸੰਕਟ ਦਰਅਸਲ ਪੜ੍ਹੇ ਲਿਖੇ ਲੋਕਾਂ ਦਾ ਸੰਕਟ ਹੈ। ਉਹਨਾਂ ਦਾ ਸੰਕਟ ਹੈ ਜਿਨ੍ਹਾਂ ਨੇ ਭਾਰਤ ਨੂੰ ਬਾਹਰ ਰਹਿ ਕੇ ਦੇਖਿਆ। ਭਾਰਤ 'ਚ ਰਹਿ ਰਹੇ ਆਪਣੇ ਪਰਿਵਾਰ ਵਾਲਿਆਂ ਨੂੰ ਪੈਸੇ ਭੇਜ ਕੇ ਜ਼ਿੰਦਗੀ ਬਿਤਾਉਣ ਵਾਲਿਆਂ ਦਾ ਸੰਕਟ ਹੈ, ਕਿਉਂਕਿ ਰੋਜ਼ਗਾਰ ਉਹਨਾਂ ਨੂੰ ਉੱਥੇ ਮਿਲਿਆ ਹੋਇਆ ਸੀ ਤੇ ਹੁਣ ਜਦੋਂ ਵਿਦੇਸ਼ਾਂ 'ਚ ਰੋਜ਼ਗਾਰ ਖਤਮ ਹੋ ਰਹੇ ਨੇ, ਇੰਨਾ ਹੀ ਨਹੀਂ ਮਾਰਚ ਦੀਆਂ ਤਨਖਾਹਾਂ ਵੀ ਉਹਨਾਂ ਨੂੰ ਨਹੀਂ ਮਿਲੀਆਂ, ਤਾਂ ਸਵਾਲ ਉੱਠਦਾ ਹੈ ਕਿ ਹੁਣ ਕਿੱਥੇ ਜਾਣ? ਹਵਾਈ ਸੇਵਾ ਸ਼ੁਰੂ ਹੋ ਜਾਵੇਗੀ ਤਾਂ ਯਕੀਨਨ ਇਹ ਲੋਕ ਭਾਰਤ ਮੁੜ ਪਰਤਣਾ ਚਾਹਣਗੇ।
ਕਿੰਨੀ ਵੱਡੀ ਤਾਦਾਦ ਹੈ ਤੁਸੀਂ ਕਲਪਨਾ ਕੀਤੀ ਹੈ। ਦਰਅਸਲ ਜਿਨ੍ਹਾਂ ਦੀ ਗੱਲ ਅਸੀਂ ਕਰ ਰਹੇ ਹਾਂ ਉਹ ਕੋਈ ਬਾਹਲੇ ਅਮੀਰ ਲੋਕ ਨਹੀਂ, ਉਹ ਜ਼ਿਆਦਾਤਰ ਮਜ਼ਦੂਰ ਲੋਕ ਨੇ, ਕਿਉਂਕਿ ਵਿਦੇਸ਼ਾਂ 'ਚ ਲੇਬਰ ਦੇ ਤੌਰ ਤੇ ਕੰਮ ਕਰ ਰਹੇ ਲੋਕਾਂ 'ਚ ਜ਼ਿਆਦਾਤਰ ਤਾਦਾਦ ਭਾਰਤੀਆਂ ਦੀ ਹੈ ਅਤੇ ਇਹੋ ਭਾਰਤੀ ਸਭ ਤੋਂ ਵੱਧ ਵਿਦੇਸ਼ਾਂ 'ਚੋਂ ਪੈਸੇ ਵੀ ਕਮਾਉਂਦੇ ਨੇ। ਪਰ ਹੁਣ ਇਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਤੇ ਹਾਲਾਤ ਖਰਾਬ ਨੇ। 2,81,98,392 ਲੋਕ ਨੇ ਜੋ ਪਾਸਪੋਰਟ ਦੇ ਨਾਲ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਰਹਿ ਰਹੇ ਨੇ। ਇਹਨਾਂ 'ਚ ਸਭ ਤੋਂ ਵੱਧ ਤਾਦਾਦ ਅਰਬ ਦੇਸ਼ਾਂ 'ਚ ਹੈ। ਅਰਬ ਦੇਸ਼ਾਂ 'ਚ ਤਕਰੀਬਨ 90 ਲੱਖ ਭਾਰਤੀ ਰਹਿੰਦੇ ਨੇ, ਮਜ਼ਦੂਰੀ ਕਰਦੇ ਨੇ। ਫਿਲਹਾਲ ਇਹਨਾਂ ਦੇਸ਼ਾਂ 'ਚ ਸਿਰਫ 2-3 ਕੰਮਾਂ ਨੂੰ ਛੱਡ ਕੇ ਬਾਕੀ ਸਾਰੇ ਕੰਮ ਬੰਦ ਹੋ ਚੁੱਕੇ ਨੇ। ਹੋਰ ਤਾਂ ਹੋਰ UAE ਨੇ ਇੱਕ ਰੈਗੂਲੇਸ਼ਨ ਵੀ ਪਾਸ ਕਰ ਦਿੱਤਾ ਹੈ ਕਿ ਕੰਪਨੀਆਂ ਚਾਹਣ ਤਾਂ ਗੈਰ ਨਾਗਰਿਕਾਂ ਨੂੰ ਉਹ ਕੁਝ ਮਹੀਨਿਆਂ ਦੇ ਲਈ ਪੇਡ ਜਾਂ ਅਨਪੇਡ ਛੁੱਟੀ ਤੇ ਵੀ ਭੇਜ ਸਕਦੀਆਂ ਨੇ, ਯਾਨੀ ਕਿ ਤਨਖਾਹ ਦੇਣ ਜਾਂ ਨਹੀਂ ਦੇਣ ਇਹ ਕੰਪਨੀਆਂ ਦੇ ਉੱਤੇ ਨਿਰਭਰ ਹੈ। ਚਲੋ ਆਓ ਹੁਣ ਇੱਕ ਤੁਹਾਨੂੰ ਚੌਂਕਾ ਦੇਣ ਵਾਲੇ ਖੁਲਾਸੇ ਨਾਲ ਜਾਣੂ ਕਰਵਾਉਂਦੇ ਹਾਂ। ਇੱਕ ਰਿਪੋਰਟ ਦੇ ਮੁਤਾਬਿਕ UAE 'ਚ ਲਗਭਗ 43 ਲੱਖ ਭਾਰਤੀ ਕੰਮ ਕਰਦੇ ਨੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ 25,94,947 ਭਾਰਤੀ ਕੰਮ ਕਰਦੇ ਨੇ ਤੇ ਕੁਵੈਤ 'ਚ 10,29,861 ਭਾਰਤੀ ਕੰਮ ਕਰਦੇ ਨੇ। ਓਮਾਨ ਦੇ ਵਿੱਚ 7,81,141 ਭਾਰਤੀ ਕੰਮ ਕਰਦੇ ਨੇ। ਇਸੇ ਤਰ੍ਹਾਂ ਕਤਰ ਦੇ ਵਿੱਚ 7,45,775 ਭਾਰਤੀ ਕੰਮ ਕਰਦੇ ਨੇ। ਬਹਿਰੀਨ 'ਚ 3,26,658 ਭਾਰਤੀ ਕੰਮ ਕਰਦੇ ਨੇ ਤੇ ਹਿਸਾਬ ਹੁਣ ਤੁਸੀਂ ਖੁਦ ਲਾਓ ਕਿ ਜੇ ਇਹ ਭਾਰਤੀ ਵਾਪਸ ਭਾਰਤ ਵਿੱਚ ਆਉਣਾ ਚਾਹਣ ਤਾਂ ਇਹ ਕਿੱਥੇ ਜਾਣਗੇ। ਜੇ ਸਾਰਿਆਂ ਦਾ ਜੋੜ ਕੀਤਾ ਜਾਵੇ ਤਾਂ ਕਰੀਬ 90,03,526 ਭਾਰਤੀ ਅਰਬ ਦੇਸ਼ਾਂ 'ਚ ਕੰਮ ਕਰ ਰਹੇ ਨੇ। ਪਰ ਸਵਾਲ ਅਰਬ ਵਰਲਡ ਦਾ ਨਹੀਂ ਹੈ, ਇਹ ਪੂਰੇ ਵਰਲਡ ਦਾ ਹੈ। ਇਹਦੇ ਵਿੱਚ ਅਮਰੀਕਾ, ਬ੍ਰਿਟੇਨ, ਫਿਲੀਪੀਨ, ਜਰਮਨੀ ਤੇ ਹੋਰ ਕਈ ਦੇਸ਼ਾਂ 'ਚ ਭਾਰਤੀ ਕਾਫੀ ਮੁਸ਼ਕਿਲ ਦੌਰ 'ਚ ਨੇ ਤੇ ਉਹ ਵੀ ਵਾਪਸ ਆਪਣੇ ਭਾਰਤ ਆਉਣਾ ਚਾਹੁੰਦੇ ਨੇ। ਅਮਰੀਕਾ 'ਚ ਲਗਭਗ 4.5 ਲੱਖ ਭਾਰਤੀ ਕੰਮ ਕਰਦੇ ਨੇ। ਬ੍ਰਿਟੇਨ 'ਚ 17,64,000 ਦੇ ਕਰੀਬ ਭਾਰਤੀ ਕੰਮ ਕਰਦੇ ਨੇ ਤੇ ਸਿੰਗਾਪੁਰ 'ਚ 6.5 ਲੱਖ ਭਾਰਤੀ ਰਹਿੰਦੇ ਨੇ। ਮਲੇਸ਼ੀਆ 'ਚ 2,27,950 ਭਾਰਤੀ ਰਹਿੰਦੇ ਨੇ। ਇਸੇ ਤਰ੍ਹਾਂ ਇਟਲੀ 'ਚ 2,03,000 ਭਾਰਤੀ ਰਹਿੰਦੇ ਨੇ। ਇਸੇ ਤਰ੍ਹਾਂ ਜਰਮਨੀ ਦੇ ਵਿੱਚ 1,85,000 ਭਾਰਤੀ ਰਹਿੰਦੇ ਨੇ। ਫਿਲੀਪੀਨ 'ਚ 1,20,000 ਭਾਰਤੀ ਰਹਿੰਦੇ ਨੇ। ਇਹ ਲੱਖਾਂ ਦੀ ਤਾਦਾਦ ਹੈ ਜੋ ਇਹਨਾਂ ਦੇਸ਼ਾਂ 'ਚ ਰਹਿ ਰਹੇ ਨੇ। ਦਰਅਸਲ ਇਸ ਵਿੱਚ ਚਿੰਤਾ ਦਾ ਵਿਸ਼ਾ ਕੀ ਹੈ, ਲੋ ਆਓ ਉਹ ਵੀ ਤੁਹਾਨੂੰ ਸਮਝਾਉਂਦੇ ਹਾਂ। ਚਿੰਤਾ ਦੀ ਗੱਲ ਇਹ ਹੈ ਕਿ ਇਹਨਾਂ ਦੇਸ਼ਾਂ 'ਚ ਰਹਿ ਰਹੇ ਭਾਰਤੀ ਜੋ ਪੈਸੇ ਕਮਾਉਂਦੇ ਸਨ ਉਹ ਬਿਲੀਅਨਸ ਦੇ ਵਿੱਚ ਸੀ, ਪਰ ਸਿਰਫ ਮਾਰਚ ਮਹੀਨੇ ਦੀ ਹੀ ਅਗਰ ਜੇਕਰ ਗੱਲ ਕਰੀਏ ਤਾਂ ਇੱਕ ਝਟਕੇ 'ਚ ਸਿਰਫ ਇਸ ਮਹੀਨੇ 'ਚ 100 ਬਿਲੀਅਨ ਦੀ ਕਮੀ ਆ ਚੁੱਕੀ ਹੈ, ਜੋ ਬੇहद चिंता का विषय है। अजे कल असी सिर्फ मार्च महीने की की है, अप्रैल का महीना इस विच नहीं जोड़िया। दरअसल मन्निया जा रहा है कि सिर्फ अमरीका दे विच आने वाले महीनों च 3,70,00,000 नौकरियां खुंज सकदियां ने। इन्हां च भारतीयों की तादाद सब तो वध दसी जा रही है। जो हवाई सेवा शुरू होगी ये सारे परतणगे, क्योंकि कई अजिहे सैक्टर ने जिस नौकरियां जा सकदियां ने। लो ग्राफिक के जरिए तुहानूं कुछ समझाउंदे हां। फिर तो जेकर क्लोथिंग एंड रिटेल की गल करिए तो 65 लाख वर्कर ने जो इस सैक्टर दे विच काम करते हैं। स्पोर्ट और अकोमोडेशन सैक्टर दे विच 98 लाख वर्कर ने जो इस काम करते हैं। ऑटोमोबाइल सैक्टर दे विच 44 लाख वर्कर ने जो इस काम करते हैं। इसी तरह सिक्ख्या दे विच 37 लाख के करीब वर्कर ने जो इस काम करते हैं। तो ट्रैवल दे विच 32 लाख वर्कर काम करते हैं। इसी तरह मैंबरशिप एसोसीएशन एंड ऑर्गेनाइजेशन च भी 30 लाख वर्कर काम करते हैं। स्पोर्ट्स और एंटरटेनमेंट दे विच भी 20 लाख वर्कर ने जो काम करते हैं। रियल एस्टेट च लगभग 14 लाख वर्कर ने जो काम करते हैं। सो की समझिए कि अजिहे हालातां च जे भारत परतणगे तां किस तरह की सरकमस्टांसिस होणगे, किस तरह का रोड मैप है, ये भी समझण की लोड़ है। जो केंद्र सरकार सूबे की सरकारां नूं PPE किट या साजो समा मुहैया नहीं करा सकती, उन्हां तो किस तरह की उम्मीद की जा सकती है। पर कहानी हजे मुकी नहीं है, रिपोर्ट हजे बाकी है। राष्ट्रपति ट्रंप ने एक अजिहे हुक्म से दस्तखत कर दिते ने जिस दे अनुसार कुछ ग्रीन कार्ड धारकों के अनुमोदन उत्ते अस्थाई तौर पर रोक लगा दी गई है। दरअसल इस बाबत न्यूज़ 18 पहले ही आगाह कर चुका सी कि ट्रंप अजिहा फैसला ले सकते हैं,
ਭਾਰਤ ਨੂੰ 7 ਅਪ੍ਰੈਲ ਨੂੰ ਰਿਟੈਲੀਏਟ ਵਾਲੀ ਕਹਾਣੀ ਸੁਣਾ ਕੇ ਟਰੰਪ ਭਾਰਤ ਤੋਂ ਵੱਡੀ ਮਾਤਰਾ ਵਿੱਚ ਹਾਈਡਰੋਕਸੀ ਕਲੋਰੋਕੁਈਨ ਦਵਾਈ ਲੈ ਚੁੱਕੇ ਨੇ। ਪਰ ਭਾਰਤੀਆਂ ਦੇ ਨਾਲ ਜੋ ਭੇਦਭਾਵ ਕਰਨ ਉਹ ਜਾ ਰਹੇ ਨੇ, ਉਸ ਤੇ ਭਾਰਤ ਦੀ ਪ੍ਰਤੀਕਿਰਿਆ ਵੀ ਤਿੱਖੀ ਹੋਣੀ ਚਾਹੀਦੀ ਹੈ। ਭਾਰਤੀਆਂ ਨੇ ਤੇ ਮੋਦੀ ਜੀ ਤੋਂ ਇਹੀ ਉਮੀਦ ਰੱਖੀ ਹੈ। ਦਰਅਸਲ ਗ੍ਰੀਨ ਕਾਰਡ ਕਿਸੇ ਪ੍ਰਵਾਸੀ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦਿੰਦਾ ਹੈ। ਨਾਲ ਹੀ ਇਹ ਤੁਹਾਨੂੰ ਅਮਰੀਕਾ ਦਾ ਨਾਗਰਿਕ ਬਣਨ ਦਾ ਮੌਕਾ ਵੀ ਦਿੰਦਾ ਹੈ। ਆਪਣੀ ਬਰੀਫਿੰਗ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਮਹਾਨ ਅਮਰੀਕੀ ਕਾਮਗਾਰਾਂ ਦੇ ਲਈ ਐਗਜ਼ੀਕਿਊਟਿਵ ਆਦੇਸ਼ਾਂ ਉੱਤੇ ਹਸਤਾਖਰ ਕਰਨ ਜਾ ਰਹੇ ਨੇ, ਜਿਸ ਵਿੱਚ ਅਮਰੀਕਾ ਵਿੱਚ ਇਮੀਗ੍ਰੇਸ਼ਨ ਉੱਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 60 ਦਿਨਾਂ ਤੱਕ ਕੁਝ ਗ੍ਰੀਨ ਕਾਰਡ ਜਾਂ ਪਰਮਾਨੈਂਟ ਰੈਜ਼ੀਡੈਂਸੀ ਉੱਤੇ ਰੋਕ ਰਹੇਗੀ। ਰਾਸ਼ਟਰਪਤੀ ਟਰੰਪ ਦੇ ਮੁਤਾਬਿਕ ਅਜਿਹੇ ਮਾਹੌਲ ਦੇ ਵਿੱਚ ਜਦੋਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਇਸ ਆਦੇਸ਼ ਦਾ ਮਕਸਦ ਇਹ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਹਾਲਾਤ ਬਿਹਤਰ ਹੋਣੇ ਸ਼ੁਰੂ ਹੋ ਜਾਣਗੇ ਤਾਂ ਅਮਰੀਕੀ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਨੌਕਰੀਆਂ ਮਿਲਣਗੀਆਂ, ਨਾ ਕਿਸੇ ਬਾਹਰੀ ਵਿਅਕਤੀ ਨੂੰ। ਇੱਕ ਹਿਸਾਬ ਦੇ ਨਾਲ ਵੇਖਿਆ ਜਾਵੇ ਤਾਂ ਟਰੰਪ ਨੇ ਅਜਿਹਾ ਫੈਸਲਾ ਆਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਵਧੀਆ ਹੀ ਲਿਆ ਹੈ, ਪਰ ਭਾਰਤੀਆਂ ਦੇ ਲਈ ਇੱਕ ਵੱਡਾ ਝਟਕਾ ਜ਼ਰੂਰ ਹੈ। ਸੋ ਕਿਤੇ ਨਾ ਕਿਤੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇਸ ਇਸ਼ਾਰੇ ਨੂੰ ਲੱਗਦਾ ਸਮਝ ਚੁੱਕੇ ਨੇ। ਸੋ ਇਸ਼ਾਰਿਆਂ 'ਚ ਦੇਸ਼ ਦੀ ਜਨਤਾ ਨੂੰ ਇੱਕ ਸੁਨੇਹਾ ਵੀ ਦੇ ਗਏ ਨੇ। साथियों, कभी कभी मुझे लगता है कि जीवन की सच्ची शिक्षा की कसौटी, उसकी परीक्षा संकट के समय ही होती है। अगर आप प्रोटेक्टिव एनवायरनमेंट में हैं, चारों तरफ से संभले हुए हैं, कोई दिक्कत नहीं है, कोई कष्ट नहीं है, तो आप में सामर्थ्य है कि नहीं इसका पता ही नहीं चलता। बहुत देखरेख भरे माहौल में सच्ची शिक्षा का पता कभी नहीं चलता, सच्चे सामर्थ्य का भी पता नहीं चलता है। इस कोरोना संकट ने दिखा दिया है कि देश के गांव में रहने वाले लोग, भले ही उन्होंने बड़ी बड़ी और नामी यूनिवर्सिटी में शिक्षा न ली हो, लेकिन इस दौरान उन्होंने, मतलब आप सबने अपने संस्कारों, अपनी परंपराओं की शिक्षा के अद्भुत दर्शन कराए हैं। गांवों से जो अपडेट आ रहा है, जो जानकारी आ रही है, वो बड़े बड़े विद्वानों के लिए भी प्रेरणा देने वाली बातें हैं। मेरे साथियों, ये काम आपने किया है, आपके गांव के प्रत्येक नागरिक ने किया है, माताओं बहनों ने किया है, मेरे आदिवासी भाई बहनों ने, खेत खलिहान में काम करने वालों ने, फसल कटाई और बुआई में जुटे साथियों ने देश को प्रेरणा देने वाला अद्भुत काम आपने किया है। और इसलिए मैं हिंदुस्तान के हर गांव को, हर गांव वासियों को प्रणाम करता हूं। दरअसल भारत इस औखी घड़ी दे विच अपने दे लई बाहां अड्डी खड़ा है, पर इत्थे नौकरियां दे संसाधन भारत च किन्ने ने ये किसे तो नहीं लुकिया, ਅਸੀਂ सब जानते हैं। बीते दिन ही खबर आई सी कि कांग्रेस शासित प्रदेशों के मुख्यमंत्री भारत सरकार के खिलाफ मुखर हो सकते हैं, खासतौर पर लॉकडाउन को लेके। कई सूबे चाहते हैं कि लॉकडाउन खोलिया जाए, क्योंकि भारत अमरीका चीन वांग विकसित देश नहीं है जिस च घर बैठे नागरिकों दी जरूरतां सरकारां पूरीआं कर देणगीआं। शायद इसे दे लई कई सूबे अलग अधिकार की मंग भी कर रहे हैं, क्योंकि विदेशों च घूम रही गाइडलाइंस भारत च काम नहीं कर सकदियां। उदाहरण के तौर पर WHO ने लॉकडाउन की अपील सारे मुल्कों को की। विकसित देश इन लॉकडाउन को कुछ समय के लिए झेल भी सकते हैं, पर भारत तो एक महीने में भी इस लॉकडाउन को झेलिया नहीं जा सकिया। ताजा रिपोर्ट के मुताबिक भारत च पिछले करीब एक महीने तो जारी देशव्यापी लॉकडाउन के नाल देश च ही लगभग 4 करोड़ प्रवासी मजदूर प्रभावित हुए हैं। वर्ल्ड बैंक ने बुधवार को जारी एक रिपोर्ट च साफ तौर पर कहा है कि भारत च लॉकडाउन के नाल इन्हां 4 करोड़ प्रवासी मजदूरों पर असर पिया है, यानी कि कोविड-19 के रोकथाम के उपायों के नाल अजिही स्थिति वाल भारत नूं तकदा ते सरकार दे कोल लॉकडाउन के अलावा होर कोई पुख्ता बंदोबस्त है भी नहीं।
ਇਸ ਦੇ ਉਲਟ ਭਾਰਤੀ ਭੁੱਖ ਅਤੇ ਗਰੀਬੀ ਦੇ ਨਾਲ ਮਰ ਰਹੇ ਨੇ। ਸਰਕਾਰ 'ਚ ਬੈਠੇ ਕਈ ਮਾਹਰ ਮੰਨਦੇ ਵੀ ਨੇ ਕਿ ਇਕੱਲੇ ਲਾਕਡਾਊਨ ਦੇ ਕਾਰਨ ਕੋਰੋਨਾ ਵਾਇਰਸ ਦੇ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਬਹੁਤ ਫਰਕ ਨਹੀਂ ਪਵੇਗਾ। ਇਸ ਵਿੱਚ ਸਵਾਲ ਇਹ ਉੱਠਦਾ ਹੈ ਕਿ ਕਿਉਂ ਸੂਬੇ ਦੀਆਂ ਸਰਕਾਰਾਂ ਨੂੰ ਖੁਦ ਫੈਸਲੇ ਲੈਣ ਦੇ ਲਈ ਆਜ਼ਾਦ ਕਿਉਂ ਨਹੀਂ ਛੱਡਿਆ ਜਾਂਦਾ, ਕਿਉਂਕਿ ਕਹਿਣਾ ਉਹਨਾਂ ਦਾ ਵੀ ਇਹੋ ਹੈ ਕਿ ਲਾਕਡਾਊਨ ਵਰਗੇ ਕਈ ਹੋਰ ਫੈਸਲੇ ਆਖਿਰ ਕਦੋਂ ਤੱਕ ਥੋਪੇ ਜਾਣਗੇ। जो प्राइम मिनिस्टर ने कहा कि ऑल्सो जान एंड जहान, आई मीन कुछ तो जो लोग हैं एक कमरे में कितनी देर बैठे रहेंगे, देयर हैज टू बी समथिंग गिवन टू देम। तो हमने पहले ही प्रपोज किया था गवर्नमेंट को कि हमें जो हमारी माइग्रेंट लेबर है जैसे उनको हम जो हमारी इंडस्ट्री है, बड़ी इंडस्ट्री में हम उनको रिक्वेस्ट करें कि उनको रखें, उनको रोटी दें और उनको वेजेस भी दो। बहरहाल अज का मुद्दा सूबे वाला नहीं, अज का मुद्दा विदेशों च रह रहे भारतीयों का है। ਅਸੀਂ ਗੱਲ ਕਰ ਰਹੇ ਸਾਂ ਅਮਰੀਕਾ ਦੀ। दरअसल पिछले कुछ हफ्तियां च अमरीका विच बाजार, स्कूल, आर्थिक गतिविधियां आदि दे बंद होने तो 2 करोड़ तो ज्यादा लोगों दी नौकरियों ते सीधे तौर पर असर पिया है। हालांकि उम्मीद भी है कि अमरीकी कांग्रेस ने जो फाइनेंशियल पैकेज फाइल किया सी उस दे नाल लोकां नूं थोड़ी राहत जरूर मिलेगी। राष्ट्रपति ट्रंप के मुताबिक इस आदेश का मकसद कोरोना नाल पीड़ित अमरीकी नागरिकों के लिए सेहत सहूलतां नूं बचा के रखना भी है। ਪਰ ਅਜਿਹਾ ਨਹੀਂ ਕਿ ਇਸ ਆਦੇਸ਼ ਤੋਂ ਬਾਅਦ ਅਮਰੀਕਾ ਵਿੱਚ ਆਉਣਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਆਦੇਸ਼ ਦੇ ਨਾਲ-ਨਾਲ ਕੁਝ ਹੋਰ ਵੀ ਚੀਜ਼ਾਂ, ਕੁਝ ਹੋਰ ਵੀ ਛੂਟ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਿਕ ਖੇਤਾਂ ਵਿੱਚ ਕੰਮ ਕਰਨ ਲਈ ਤੇ ਹੋਰ ਦੂਜੇ ਕੰਮ ਕਰਨ ਲਈ ਅਮਰੀਕਾ ਵਿੱਚ ਲੋਕਾਂ ਨੂੰ ਆਉਣ ਦਾ ਵੀਜ਼ਾ ਦਾ ਜਿਹੜਾ ਪ੍ਰੋਸੈਸ ਹੈ ਉਹ ਹੁੰਦਾ ਰਹੇਗਾ। ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਮਕਸਦ ਵੱਡੇ ਬਿਜ਼ਨਸਮੈਨ ਨੂੰ ਹੋਣ ਵਾਲੇ ਸੰਭਾਵਿਕ ਨੁਕਸਾਨ ਤੋਂ ਬਚਾਉਣਾ ਹੈ, ਕਿਉਂਕਿ ਜੇਕਰ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਦੇ ਅਮਰੀਕਾ ਆਉਣ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਇਸ ਦਾ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਨੂੰ ਪ੍ਰਸ਼ਾਸਨ ਦੀ ਨਾਰਾਜ਼ਗੀ ਵੀ ਝੇਲਣੀ ਪੈ ਸਕਦੀ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਉਹਨਾਂ ਇਹ ਛੂਟ ਦਿੱਤੀ ਹੈ। ਜੀ ਹਾਂ, ਹਾਲੇ ਇਸ ਆਦੇਸ਼ ਦੇ ਬਾਰੇ ਹੋਰ ਕਈ ਗੱਲਾਂ ਸਾਹਮਣੇ ਆਉਣੀਆਂ ਬਾਕੀ ਨੇ, ਪਰ ਜਿਨ੍ਹਾਂ ਲੋਕਾਂ ਨੇ ਮਹੀਨਿਆਂ ਜਾਂ ਕਈ ਸਾਲਾਂ ਤੱਕ ਗ੍ਰੀਨ ਕਾਰਡ ਦਾ ਇੰਤਜ਼ਾਰ ਕੀਤਾ ਹੈ, ਗ੍ਰੀਨ ਕਾਰਡ ਦੇ ਲਈ ਪੈਸੇ ਬਹਾਏ ਨੇ, ਉਹਨਾਂ ਦੇ ਲਈ ਇਸ ਫੈਸਲੇ ਨੂੰ ਮੰਨਣਾ ਆਸਾਨ ਨਹੀਂ ਹੋਵੇਗਾ। ਮੈਂ ਆਪਣੇ ਅੱਗੇ ਪਲਾਨ ਕਰ ਰਹੀ ਸੀ ਆਪਣੀ ਅਮਰੀਕਾ ਦੇ ਲਈ, ਬਟ ਕੀ ਹੋਇਆ ਕਿ ਕੋਵਿਡ-19 ਕਰਕੇ ਮੈਂ ਅਮਰੀਕਾ ਨਹੀਂ ਜਾ ਪਾਈ, ਜਿਹਦੇ ਕਰਕੇ ਮੇਰਾ ਸੈਸ਼ਨ ਖਰਾਬ ਹੋ ਗਿਆ। ਤੇ ਨੈਕਸਟ ਸੈਕਸ਼ਨ ਦੇ ਵਿੱਚ ਮੈਨੂੰ ਇਹ ਸੁਣਨ 'ਚ ਆਇਆ ਕਿ ਟਰੰਪ ਨੇ ਕੀ ਕੀਤਾ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੌਬਸ ਨਹੀਂ ਪ੍ਰੋਵਾਈਡ ਕਰੂਗਾ, ਤੇ ਜਿਸ ਕਰਕੇ ਮੈਂ ਕਾਫੀ ਡਿਸਪੁਆਇੰਟਡ ਹੋਈ। ਤੇ ਉਸ ਤੋਂ ਬਾਅਦ ਮੈਂ ਅੱਗੇ ਐਕਸਪਰਟਸ ਨਾਲ ਰਾਏ ਲਿੱਤੀ ਤੇ ਉਹਨਾਂ ਦੇ ਨਾਲ ਗੱਲ ਕਰਕੇ ਮੈਨੂੰ ਪਤਾ ਲੱਗਿਆ ਕਿ ਇਹ ਸਿਰਫ ਜੋ ਹੈ ਕਿ ਕੁਝ ਟੈਂਪਰੇਰੀ ਚੀਜ਼ਾਂ ਲਈ ਹੈ, ਤੇ ਉਸ ਤੋਂ ਬਾਅਦ ਕੀ ਹੈ ਕਿ ਸਾਨੂੰ ਜਿਹੜੇ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੌਬ ਪ੍ਰੋਵਾਈਡ ਹੋਣਗੀਆਂ। ਭਾਰਤੀ ਕੰਪਨੀਆਂ ਵੀ ਇਸ ਫੈਸਲੇ ਦੇ ਨਾਲ ਹੋਣ ਵਾਲੇ ਸੰਭਾਵਿਕ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਦਾ ਆਉਣਾ ਜਾਣਾ ਉਂਝ ਹੀ ਬੰਦ ਹੈ, ਤਾਂ ਇਹ ਸਾਫ਼ ਨਹੀਂ ਹੈ ਕਿ ਇਸ ਦਾ ਕਿੰਨਾ ਕੁ ਅਸਰ ਪਵੇਗਾ। ਕੋਟੋ ਇੰਸਟੀਚਿਊਟ ਦੇ ਨਾਲ ਜੁੜੇ ਇਮੀਗ੍ਰੇਸ਼ਨ ਮਾਮਲੇ ਦੇ ਜਾਣਕਾਰ ਡੇਵਿਡ ਬੀਅਰ ਕਹਿੰਦੇ ਨੇ ਕਿ ਅਮਰੀਕਾ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਰੋਕ ਰੱਖਿਆ ਹੋਇਆ ਹੈ, ਪਰ ਅਮਰੀਕਾ ਦੇ ਵਿੱਚ ਕੋਰੋਨਾ ਫੈਲਣ ਦੇ ਕਾਰਨ ਇਮੀਗ੍ਰੇਸ਼ਨ ਨਹੀਂ ਹੈ। ਇਹ ਸੋਚ ਅਮਰੀਕਾ ਦੀ ਆਮ ਜਨਤਾ ਵਿੱਚ ਫੈਲਾਈ ਜਾ ਰਹੀ ਹੈ ਅਤੇ ਰਿਸਰਚ ਦੱਸਦੀ ਹੈ ਕਿ ਅੰਤਰਰਾਸ਼ਟਰੀ ਯਾਤਰਾ ਨੂੰ ਰੋਕਣ ਦੇ ਨਾਲ ਮਹਾਮਾਰੀ ਨਹੀਂ ਰੁਕਦੀ। ਬਹੁਤ ਸਾਰੇ ਇਮੀਗ੍ਰੈਂਟਸ ਅਮਰੀਕਾ ਦੇ ਲਈ ਬੇहद ਮਹੱਤਵਪੂਰਨ ਨੇ, ਜ਼ਰੂਰੀ ਨੇ। ਅਜੇ ਸਾਫ਼ ਨਹੀਂ ਹੈ ਕਿ ਇਸ ਦਾ ਭਾਰਤ ਵਰਗੇ ਦੇਸ਼ਾਂ ਉੱਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ, ਪਰ ਕੈਲੀਫੋਰਨੀਆ ਦੇ IT ਸੈਕਟਰ ਦੇ ਨਾਲ ਜੁੜੇ ਇੱਕ ਭਾਰਤੀ ਮੁਤਾਬਿਕ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਨੌਕਰੀਆਂ ਤੇ ਅਸਰ ਪੈ ਰਿਹਾ ਹੈ, ਅਜਿਹੇ ਹਾਲਾਤਾਂ ਦੇ ਵਿੱਚ ਹੁਣ ਲੋਕਾਂ ਦੀ ਪਹਿਲੀ ਪ੍ਰਾਥਮਿਕਤਾ ਆਪਣੀ ਨੌਕਰੀ ਬਚਾਉਣਾ ਹੈ। ਉਧਰ ਭਾਰਤ ਦੇ ਇਮੀਗ੍ਰੇਸ਼ਨ ਮਾਹਰ ਵੀ ਪਰੇਸ਼ਾਨ ਨੇ। कोविड-19 ਦੀ ਵਜ੍ਹਾ ਨਾਲ ਅਮਰੀਕਾ ਅੱਜ ਸਭ ਤੋਂ ਜ਼ਿਆਦਾ ਇਫੈਕਟਡ ਹੈ। ਕੋਵਿਡ-19 ਤੋਂ ਬਾਅਦ ਇਕਨੋਮੀ ਵਿੱਚ ਵੀ ਗਿਰਾਵ ਆਉਣਾ ਜਿਹੜਾ ਹੈ ਉਹ ਸੁਭਾਵਿਕ ਹੈ। ਇਕਨੋਮੀ ਨੀਚੇ ਆਊਗੀ ਔਰ ਇਕਨੋਮੀ ਨੂੰ ਰਿਕਵਰ ਕਰਨ ਲਈ ਜੋ ਇਹ ਡਿਸੀਜਨ ਹੈ ਇਹ ਸੁਭਾਵਿਕ ਤਾਂ ਹੈ ਬਟ ਡਿਸਅਪਾਇੰਟਡ ਵੀ ਹੈ। अगर मैं उन्होंने नज़रिए तो देखा तो उन्होंने अपनी सिटीजनस वास्ते जो डिसीजन लिता वो ठीक है, बट एज अ इमीग्रेंट मैं देखा ये जो डिसीजन है ये कितने कितने डिसअपॉइंटेड है। एक आंकड़े के मुताबिक नौकरी आधारित ग्रीन कार्ड लैन की लाइन च अज की तारीख में 10 लाख लोग खड़े हुए हैं। साल 2030 तक ये लाइन बढ़ के 24 लाख लोगों की हो सकती है। अज इस लाइन के खड़े 10 लाख लोगों के करीब 75% भारती ने। ਅਤੇ ਇਸ ਆંકੜੇ ਦੇ ਮੁਤਾਬਿਕ ਜੇਕਰ ਤੁਸੀਂ ਹਾਲ ਦੇ ਵਿੱਚ ਇਸ ਲਾਈਨ ਵਿੱਚ ਖੜੇ ਹੋ ਤਾਂ ਤੁਹਾਨੂੰ ਅਗਲੇ 90 ਸਾਲ ਤੱਕ ਇਸ ਦੇ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
दरअसल राष्ट्रपति ट्रंप के समर्थकों का एक तबका अप्रवासन उत्ते पूरी तरह बैन लगाना चाहता है, पर वो लोग भी ट्रंप के इस आदेश के बाद राष्ट्रपति ट्रंप तो बहुत खुश नहीं हैं ਅਤੇ ਚਾਹੁੰਦੇ ਨੇ ਕਿ ਇਸ ਵਿੱਚ ਹੋਰ ਸਖਤੀ ਲਿਆਂਦੀ ਜਾਵੇ। ਰਾਸ਼ਟਰਪਤੀ ਟਰੰਪ ਉੱਤੇ ਇਲਜ਼ਾਮ ਲੱਗਦੇ ਆ ਰਹੇ ਨੇ ਕਿ ਉਹਨਾਂ ਦੀ ਸਰਕਾਰ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿੱਚ ਬਹੁਤ ਦੇਰ ਦੇ ਨਾਲ ਜਾਗੀ ਹੈ, ਜਿਸ ਦੇ ਕਾਰਨ ਸਮੇਂ ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਟੈਸਟਿੰਗ ਨਹੀਂ ਹੋ ਪਾਈ ਅਤੇ ਹਾਲਾਤ ਇੰਨੇ ਖਰਾਬ ਹੋ ਗਏ। उधर ट्रंप इन इल्जामों तो साफ इनकार कर रहे हैं और कहते हैं कि उन्होंने जिन्ना अच्छा काम किया है उन्ना अच्छा तो काम कोई कर ही नहीं सकता। ट्रंप सरकार इस वायरस के नाल किवें लड़ रही है इस नूं लैके तो एक ताजा पोल विच भी कहा गया है कि उन्हां दी अप्रूवल रेटिंग डिग्गी है। गैलप पोल की एक हाल दे विच रिपोर्ट आई है जिस में साफ तौर पर कहा गया है कि राष्ट्रपति ट्रंप की अप्रूवल रेटिंग विच 6 पॉइंट की गिरावट आई है। ट्रंप प्रेजिडेंसी की यह सब तो तेज रिकॉर्डेड गिरावट है। एक रिपोर्ट के मुताबिक अमरीका दे विच कोरोना वायरस के कहर के दौरान लोगों को स्वस्थ और उन्हों का ध्यान रखने विच उन्होंने खाण पीन देने विच करीब 60 लाख इमीग्रेंट्स वर्कर लगे हुए हैं। अमरीका दे विच कुल डॉक्टर्स का करीब 1/4 हिस्सा विदेशी नागरिकों का है। अस्पतालों दे विच सफाई कर्मचारी, ग्रोसरी दी दुकानों में काम करने वाले, खेतों में काम करने वाले विच एक वड्डी गिनती विदेशों तो आउंदे लोगों की है, यानी कि इमीग्रेंट्स की। इस तरह इस फैसले उत्ते राष्ट्रपति ट्रंप के विरोधी कहते हैं कि अमरीका की वड्डी IT कंपनियों के पिछे, अमरीका की तरक्की के पिछे अप्रवासियों का ही हथ है। सो इन्हां अप्रवासियों च ज्यादातर भारती ने ते जेकर अमरीका ने अजिहा कदम लंबे समय दे लई चुकिया तां अजिहे भारती तां निराश होणगे ही, नाल ही अमरीका वर्गी सुपर पावर नूं झटका भी लगेगा। ते इस दे उल्ट जानकार ये भी मानते हैं कि जेकर अजिहे लोग भारत विच वापस आउंदे ने तां भारत के विकास च बेहतर योगदान दे सकते हैं, बशर्ते उन्हां नूं ईमानदारी दे नाल काम करन दित्ता जावे। वो अजिही लॉबी तो दूर रहन जो सौड़ी राजनीति दे नाल जुड़ाव रखदी है, क्योंकि इस च कोई दो राय नहीं कि विदेशों च कई अजिहे भारतीय डॉक्टर, इंजीनियर और होर तबके के लोग हैं जो दूसरे देशों के विकास च बेहद वड्डा ते वधिया योगदान पा रहे हैं। बहरहाल कोरोना वायरस महामारी की वजह नाल दुनिया भर च आर्थिक मंदी यानी ग्लोबल रिसैशन की चर्चावां तेज हो चुकी ने ते वर्ल्ड बैंक की गल करिए तो वर्ल्ड बैंक मुताबिक रेमिटेंस यानी भुगतान भारत 23% की गिरावट हो सकती है। जे आपां गल करिए विकसित जिहड़े हैगे देश अमेरिका, ब्रिटेन ते उत्थे जिहड़े डॉक्टर्स ने, जिहड़े इंजीनियर्स ने, जिहड़े बड़े बड़े NRIs ने वो जिहड़ा अपने घर पैसा भेजते हैं उन्होंने रेमिटेंस कहते हैं। तो किते ना किते हुण ये जिहड़ी मंदी है, जिहड़ी गिरावट है वो जरूर वेखण नूं मिल रही है। जिवें कि कोरोना वायरस जिहड़ी बीमारी है पूरे विश्व भर विच ये फैल चुकी है। सानूं पता है कि बहुत भयानक बीमारी आ ते साडे जिहड़े जिद्दां पंजाब गौरमेंट आ साडा इधर ख्याल रख रही आ। साडे जिहड़े विदेशों में फसे हुए साडे भैन भरा आ, असीं सरकार तो यही मंग करते हैं कि उन्हां दा भी ख्याल जिहड़ा सुरक्षा है उन्हां दी ओह यकीनी बनाई जावे। मेरा ब्रदर दुबई गया होया है जी, दुबई ठीक है जी, उसका काम किसी टाइम भी दुबई वाले बंद कर सकते हैं कोरोना की प्रॉब्लम करके। उसनूं सैलरी भी बहुत थोड़ी मिलती है, बट बहुत प्रॉब्लम है उस कंपनी के विच कि उस दुबई तो किसी टाइम भी वो भेज उन्होंने वापस भेज सकते हैं तो बट वो पैसे बहुत थोड़े पाता घर। किसी टाइम भी वो कंपनी के किसी टाइम भी वो कंपनी बंद हो सकती है, किसी टाइम भी उन्होंने कंपनी इंडिया भेज सकती है। घर का गुजारा तो पहले ही बहुत मुश्किल नाल होंदा पिया है, बहुत ज़्यादा प्रॉब्लम है। जे ब्रदर दुबई तो आ गए फिर साडा गुजारा किद्दां होगा। बस वर्ल्ड बैंक की ताजा रिपोर्ट के मुताबिक कोरोना वायरस की वजह नाल ग्लोबल रेमिटेंस च हुण तक सब तो वड्डी गिरावट वेखण नूं मिली है। दुनिया भर च जारी लॉकडाउन की वजह नाल यह 20% तक गिर सकता है, क्योंकि लोगों दी नौकरियां जा सकदियां हन, सैलरी च कटौती हो सकती है। वर्ल्ड बैंक की रिपोर्ट की मनीए तो उसके मुताबिक घट या मीडियम इनकम वाले देशों को 2017 के मुकाबले 2018 च 9.6% ज्यादा रेमिटेंस मिलिया है। 2018 च यह आंकड़ा 529 अरब डॉलर करीब 37 अरब रुपए सी। CII की रिपोर्ट के मुताबिक लॉकडाउन के खत्म होने तो बाद भी माल और लोगों की आवाजाही च रुकावट के अनुमान हैं। जे अजिहे हालात बनते हैं तो लॉकडाउन खत्म होने तो बाद भी जे आर्थिक गतिविधियां प्रभावित होंदियां ने तो देश की GDP दर मौजूदा वित्तीय वरे दे विच 0.6% हो सकती है। सो सवाल अजिहे च उठदा है कि भारतीयों का हाल की होगा। जाते जाते एक होर ग्राफिक्स से नजर मार लेंगे। दरअसल आंध्र प्रदेश, बिहार, चंडीगढ़, छत्तीसगढ़, दमन और दीव
गोवा, गुजरात, हरियाणा, हिमाचल प्रदेश, जम्मू कश्मीर, केरल, मध्य प्रदेश, महाराष्ट्र, मणिपुर, मिजोरम, नागालैंड, ओडिशा, पंजाब, राजस्थान, सिक्किम, तेलंगाना, त्रिपुरा, उत्तराखंड ਅਤੇ उत्तर प्रदेश ਇਹ ਅਜਿਹੇ ਸੂਬੇ ਨੇ ਜਿੱਥੇ ਕਈ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਹੀ ਨਹੀਂ ਮਿਲਿਆ। ਜੀ ਹਾਂ, ਦੇਸ਼ ਦੇ 24 ਸੂਬਿਆਂ ਦੇ ਵਿੱਚ 529 ਜ਼ਿਲ੍ਹਿਆਂ 'ਚ ਕੁੱਲ ਮਿਲਾ ਜੁਲਾ ਕੇ 14.13 ਕਰੋੜ ਰਾਸ਼ਨ ਕਾਰਡ ਨੇ, ਜਿਨ੍ਹਾਂ 'ਚ 8.49 ਕਰੋੜ ਰਾਸ਼ਨ ਕਾਰਡ ਤੇ ਹੀ ਅਨਾਜ ਦਿੱਤਾ ਗਿਆ ਹੈ। ਇਸ ਦਾ ਸਾਫ਼ ਤੌਰ ਤੇ ਮਤਲਬ ਹੈ ਅਜੇ 5.64 ਯਾਨੀ ਕਿ 5 ਕਰੋੜ 64 ਲੱਖ ਰਾਸ਼ਨ ਕਾਰਡਾਂ ਤੇ ਬਕਾਇਆ ਰਾਸ਼ਨ ਮਿਲਣਾ ਬਾਕੀ ਹੈ। ਸਰਕਾਰ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਇਸ ਵਾਰੀ ਮਹਿੰਗਾਈ ਭੱਤਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਊਗਾ। 50 ਲੱਖ ਸਰਕਾਰੀ ਕਰਮਚਾਰੀ ਤੇ 60 ਲੱਖ ਪੈਨਸ਼ਨਧਾਰੀ ਇਸ ਵਿੱਚ ਪ੍ਰਭਾਵਿਤ ਹੋਣਗੇ, ਯਾਨੀ ਕਿ 1 ਕਰੋੜ ਤੋਂ ਵੀ ਵੱਧ ਜਿਹੜੇ ਲੋਕ ਹੈ ਇਸ ਤੋਂ ਪ੍ਰਭਾਵਿਤ ਹੋਣਗੇ। ਲੇਕਿਨ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਭਾਰਤ 'ਚ ਇਸ ਤਰ੍ਹਾਂ ਦਾ ਕੋਈ ਪਲਾਨ ਜਾਂ ਅੱਗੇ ਹੋਰ ਕਿਸ ਤਰ੍ਹਾਂ ਦਾ ਪਲਾਨ ਹੈ, ਇਹ ਹੈਗਾ ਜਾਂ ਨਹੀਂ ਹੈ। ਇਹ ਬੜੀ ਕਈ ਸਵਾਲ ਇਹਦੇ ਵਿੱਚ ਖੜੇ ਹੁੰਦੇ ਨੇ ਕਿਉਂਕਿ ਕਈ ਲੋਕ ਇਹਦੇ ਵਿੱਚ ਪ੍ਰਭਾਵਿਤ ਹੋਏ। ਨਿਊ ਡੈਸਕ ਤੋਂ ਨੀਰਜ ਬਾਲੀ ਤੇ ਲਵਪ੍ਰੀਤ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।